दोस्तों मेरी ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਮੈਂ ਗੱਲ ਕਰਨੀ ਹੈ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਵੱਲੋਂ ਲਾਰੈਂਸ ਬਿਸ਼ਨੋਈ ਅਤੇ ਉਸ ਦੀ ਲੀਗ ਨੂੰ ਦਿੱਤੀ ਗਈ ਸਿੱਧੀ ਚੁਣੌਤੀ ਤੇ ਚੈਲੰਜ ਦੀ ਇੱਕ ਸੋਸ਼ਲ ਮੀਡੀਆ ਪੋਸਟ ਇਨਫੈਕਟ ਦੋ ਸੋਸ਼ਲ ਮੀਡੀਆ ਪੋਸਟਾਂ ਜੋ ਕਿ ਲਖਬੀਰ ਸਿੰਘ ਲੰਡਾ ਹਰੀਕੇ ਅਤੇ ਉਸ ਦੇ ਖਾਸਮ ਖਾਸ ਸੱਤੇ ਨੌਸ਼ਹਿਰੇ ਵੱਲੋਂ ਪਾਈਆਂ ਗਈਆਂ ਕੁਝ ਦਿਨ ਪਹਿਲਾਂ। ਹਾਲਾਂਕਿ ਇਹ ਕੁਝ ਦਿਨ ਪਹਿਲਾਂ ਦੀਆਂ ਪੋਸਟਾਂ ਨੇ, ਲੇਕਿਨ ਉਹ ਜਿਹੜੀ ਕੋਲਡ ਵਾਰ ਜੋ ਕਿ ਇਸ ਵਕਤ ਪੱਕ ਚੁੱਕੀ ਹੈ, ਤਦਕ ਚੁੱਕੀ ਹੈ ਅੰਡਰਵਰਲਡ ਦੇ ਵਿੱਚ ਇੱਕ ਬਹੁਤ ਵੱਡਾ ਪੈਰਾਡਾਈਮ ਸ਼ਿਫਟ ਉੱਤਰ ਭਾਰਤ ਪੰਜਾਬ ਆਧਾਰਿਤ ਅੰਡਰਵਰਲਡ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਜੋ ਕਿ 1 ਸਾਲ ਪਹਿਲਾਂ ਹੋ ਚੁੱਕਾ ਸੀ, ਲੇਕਿਨ ਇਸ ਬਾਰੇ ਕੋਈ ਵੀ ਜਾਣਕਾਰੀ ਇਸ ਵਕਤ ਤੱਕ ਪਬਲਿਕ ਡੋਮੇਨ ਦੇ ਵਿੱਚ ਨਹੀਂ ਆਈ। ਮੇਰੀ ਇੱਕ ਪਿਛਲੀ ਰਿਪੋਰਟ ਦੌਰਾਨ ਮੈਂ ਇਸ ਦਾ ਇਸ਼ਾਰਾ ਵੀ ਕੀਤਾ ਸੀ ਕਿ ਗੋਲਡੀ ਬਰਾੜ ਤੇ ਲੰਡਾ ਹਰੀਕੇ ਜੋ ਕਿ ਅੱਜ ਤੋਂ ਠੀਕ 1 ਸਾਲ ਤਕਰੀਬਨ 13 ਮਹੀਨੇ ਪਹਿਲਾਂ ਇਸੇ ਚੈਨਲ ਉੱਤੇ ਇੱਕ ਕਾਨਫਰੰਸ ਕਾਲ ਉੱਤੇ ਇਕੱਠੇ ਸੁਣਾਈ ਦਿੰਦੇ ਨੇ। ਉਸ ਵਕਤ ਜਦੋਂ ਕਿ ਗੋਲਡੀ ਬਰਾੜ ਦੇ ਨਾਲ ਜੁੜੀ ਹੋਈ ਉਸ ਦੀ ਗ੍ਰਿਫਤਾਰੀ ਦੀ ਗਲਤ ਖਬਰ ਚੱਲੀ ਸੀ। ਉਸ ਗਲਤ ਖਬਰ ਦੇ ਚੱਲਣ ਤੋਂ ਬਾਅਦ ਆਪਣੀ ਸਫਾਈ ਦੇਣ ਲਈ ਜਦੋਂ ਗੋਲਡੀ ਬਰਾੜ ਮੈਨੂੰ ਫੋਨ ਲਾਉਂਦਾ ਹੈ, ਉਸ ਕਾਨਫਰੰਸ ਕਾਲ ਦੇ ਵਿੱਚ ਲਖਬੀਰ ਸਿੰਘ ਲੰਡਾ ਹਰੀਕੇ ਉਸ ਦੇ ਨਾਲ ਹੁੰਦਾ ਹੈ। ਹੁਣ ਇਸ ਕਾਲ ਦੇ ਵਿੱਚ ਲਖਬੀਰ ਸਿੰਘ ਲੰਡੇ ਹਰੀਕੇ ਦੇ ਹੋਣ ਦਾ ਕੀ ਮਤਲਬ ਸੀ? ਜਾਂਚ ਏਜੰਸੀਆਂ, ਅੰਡਰਵਰਲਡ ਨੂੰ ਬਹੁਤ ਨੇੜਤਾ ਤੋਂ ਆਬਜ਼ਰਵ ਕਰਨ ਵਾਲੇ ਉਹ ਲੋਕ ਜੋ ਕਿ ਸਮਝਦੇ ਨੇ ਕ੍ਰਾਈਮ ਵਰਲਡ ਨੂੰ, ਉਹਨਾਂ ਦੇ ਮੁਤਾਬਕ ਆਪਸ ਦੇ ਵਿੱਚ ਇੱਕ ਗੱਠਜੋੜ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਲੰਡੇ ਹਰੀਕੇ ਇਸ ਕਾਨਫਰੰਸ ਕਾਲ ਦੇ ਵਿੱਚ ਇਹ ਸਥਾਪਿਤ ਹੋਇਆ। ਇਸ ਤੋਂ ਪਹਿਲਾਂ ਰਿੰਦੇ ਸੰਧੂ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਵਿੱਚ ਨੇੜਤਾਵਾਂ ਦੀ ਗੱਲਬਾਤ ਸੀ, ਆਪਸ ਦੇ ਵਿੱਚ ਇਕੱਠੀ ਕਈ ਅਪਰਾਧਿਕ ਵਾਰਦਾਤਾਂ ਦੇ ਵਿੱਚ ਇਹਨਾਂ ਦੇ ਗੁਰਗਿਆਂ, ਇਹਨਾਂ ਦੇ ਗੈਂਗਸਟਰ, ਇਹਨਾਂ ਵੱਲੋਂ ਮੰਗਾਏ ਜਾ ਰਹੇ ਹਥਿਆਰਾਂ ਦੇ ਇਸਤੇਮਾਲ ਦੀਆਂ ਚਰਚਾਵਾਂ ਤੇ ਖਬਰਾਂ ਬਹੁਤ ਲੱਗੀਆਂ। ਲੇਕਿਨ ਇਹ ਪਹਿਲਾ ਐਸਾ ਸਬੂਤ ਸੀ ਜਿਸ ਤੋਂ ਬਾਅਦ NIA ਨੇ ਬਾਕਾਇਦਾ ਇਸ ਇੰਟਰਵਿਊ ਦੇ ਉੱਤੇ ਬੇਸ ਕਰਕੇ ਆਪਣੀ ਇਨਵੈਸਟੀਗੇਸ਼ਨ ਨੂੰ ਅੱਗੇ ਤੋਰਿਆ। ਉਹ ਜਿਹੜੀਆਂ ਅਲੱਗ-ਅਲੱਗ FIRs ਦਰਜ ਹੋਈਆਂ ਨੇ, ਦਿੱਲੀ ਪੁਲਿਸ ਨੇ ਦਰਜ ਕੀਤੀਆਂ, NIA ਨੇ ਟੇਕ ਓਵਰ ਕੀਤੀਆਂ, ਉਹਨਾਂ ਅਲੱਗ-ਅਲੱਗ FIRs ਦੇ ਵਿੱਚ ਲਾਰੈਂਸ, ਉਸ ਦੇ ਵਿਰੋਧੀ ਗੈਂਗ ਤੇ ਲਖਬੀਰ ਸਿੰਘ ਲੰਡੇ ਹਰੀਕੇ ਤੇ ਰਿੰਦੇ ਸੰਧੂ ਸਮੇਤ ਬੱਬਰ ਖਾਲਸਾ ਦੇ ਨਾਲ ਜੁੜੇ ਹੋਏ ਅਤਵਾਦੀਆਂ ਜਾਂ ਖਾੜਕੂਆਂ ਦੇ ਸੰਦਰਭ ਵਿੱਚ ਅਲੱਗ-ਅਲੱਗ ਤਫਤੀਸ਼ਾਂ ਅੱਗੇ ਤੋਰੀਆਂ। ਸੋ ਉਹ ਜਿਹੜੀ ਇੰਟਰਵਿਊ ਇੱਕ ਕਾਨਫਰੰਸ ਕਾਲ ਦੇ ਉੱਤੇ ਇਹਨਾਂ ਦੋਹਾਂ ਗੈਂਗਸਟਰਾਂ ਦਾ ਇਕੱਠਾ ਹੋਣਾ, ਮੇਰੇ ਨਾਲ ਇੰਟਰਵਿਊ ਦੌਰਾਨ ਗੱਲਬਾਤ ਕਰਨਾ ਇੱਕ ਕਨਕਲੂਸਿਵ ਐਵੀਡੈਂਸ ਸੀ, ਜਿਸ ਤੋਂ ਬਾਅਦ ਜਾਂਚ ਏਜੰਸੀਆਂ ਅੱਜ ਤੱਕ ਇਹ ਮੰਨਦੀਆਂ ਰਹੀਆਂ ਨੇ ਕਿ ਇਹ ਇਕੱਠੇ ਨੇ, ਆਪਸ ਦੇ ਵਿੱਚ ਤਾਲਮੇਲ ਦੇ ਵਿੱਚ ਕੰਮ ਕਰਦੇ ਪਏ ਨੇ। ਦੋਸਤੋ ਮੈਂ ਇੱਥੇ ਦੱਸਦਾ ਕਿ ਲਖਬੀਰ ਸਿੰਘ ਲੰਡਾ ਇੱਕ ਇੰਡੀਪੈਂਡੈਂਟ ਪੱਧਰ ਉੱਤੇ, ਆਪਣੇ ਪੱਧਰ ਉੱਤੇ ਆਪਰੇਟ ਕਰਨ ਵਾਲਾ ਗੈਂਗਸਟਰ ਹੈ ਜੋ ਕਿ ਤਰਨਤਾਰਨ ਤੇ ਇਸ ਦੇ ਆਸ-ਪਾਸ ਦੇ ਇਲਾਕੇ ਤਰਨਤਾਰਨ, ਮੋਗਾ, ਅੰਮ੍ਰਿਤਸਰ ਇਸ ਦੇ ਵਿੱਚ ਇਸ ਦਾ ਬਹੁਤ ਲੰਬਾ ਚੌੜਾ ਨੈਟਵਰਕ ਸੀ। ਲਖਬੀਰ ਸਿੰਘ ਲੰਡੇ ਹਰੀਕੇ ਬਾਰੇ ਸਭ ਤੋਂ ਪਹਿਲੀਆਂ ਜਾਣਕਾਰੀਆਂ ਇਸੇ ਚੈਨਲ ਦੇ ਜ਼ਰੀਏ ਨਸ਼ਰ ਹੁੰਦੀਆਂ ਨੇ ਜਦੋਂ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਟਰ ਉੱਤੇ ਰਾਕਟ ਲਾਂਚਰ ਹਮਲੇ ਹੁੰਦੇ ਨੇ। ਹਾਲਾਂਕਿ ਇਸ ਤੋਂ ਕੁਝ ਸਾਲ ਪਹਿਲਾਂ ਹੀ ਲੰਡਾ ਹਰੀਕੇ ਕੈਨੇਡਾ ਦੇ ਵਿੱਚ ਨਿਕਲ ਚੁੱਕਾ ਹੁੰਦਾ ਹੈ, ਇੱਕ ਫਰਜ਼ੀ ਪਛਾਣ ਉੱਤੇ ਪਾਸਪੋਰਟ ਬਣਾ ਕੇ, ਪੈਸੇ ਰਿਸ਼ਵਤ ਦੇ ਕੇ, ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈ ਕੇ। ਇਹ ਸਾਰੇ ਖੁਲਾਸੇ ਲੰਡਾ ਹਰੀਕੇ ਉਸ ਇੰਟਰਵਿਊ ਵਿੱਚ ਕਰਦਾ ਹੈ। ਮੇਰੀ ਰਿਪੋਰਟ ਪ੍ਰਸਾਰਿਤ ਹੋਣ ਤੋਂ ਬਾਅਦ ਲੰਡਾ ਹਰੀਕੇ ਕੇ ਇੰਟਰਵਿਊ ਦੇ ਵਿੱਚ ਉਹ ਸਾਰੀਆਂ ਗੱਲਾਂ ਬਾਤਾਂ ਦੱਸਦਾ ਵੀ ਹੈ ਤੇ ਆਪਣੇ ਕਈ ਜੁਰਮ ਕਬੂਲਦਾ ਹੈ। ਅਕਾਲੀ ਦਲ ਦੇ 2 ਲੀਡਰਾਂ ਦੇ ਕਤਲ ਦੀ ਗੱਲਬਾਤ ਨੂੰ ਉਹ ਮੰਨਦਾ ਹੈ। ਕੈਨੇਡਾ ਤੋਂ ਬੈਠ ਕੇ ਰੰਗਦਾਰੀਆਂ ਤੇ ਫਿਰੌਤੀਆਂ ਦੀ ਵਸੂਲੀ ਦੀ ਆਪਣੀ ਗਤੀਵਿਧੀਆਂ ਨੂੰ ਲੰਡੇ ਹਰੀਕੇ ਨੇ ਉਸ ਵੀਡੀਓ ਕਾਲ ਦੌਰਾਨ ਮੇਰੇ ਸਾਹਮਣੇ ਕਬੂਲਿਆ। ਇਸ ਤੋਂ ਇਲਾਵਾ ਕਈ ਗੰਭੀਰ ਅਪਰਾਧਿਕ ਵਾਰਦਾਤਾਂ, ਚੋਲਾ ਸਾਹਿਬ ਦੇ ਪੈਟਰੋਲ ਪੰਪ ਸਟੇਸ਼ਨ ਦੇ ਮਾਲਕ ਦੇ ਬਾਹਰ ਉਸ ਨੂੰ ਰੰਗਦਾਰੀ ਦੀ ਵਸੂਲੀ ਦੇ ਪਰਪਸ ਨਾਲ ਡਰਾਉਣ ਲਈ ਚਲਾਈਆਂ ਗਈਆਂ ਗੋਲੀਆਂ ਤੇ ਕਈ ਹੋਰ ਗੱਲਾਂ ਬਾਤਾਂ ਲੰਡੇ ਹਰੀਕੇ ਨੇ ਖੁੱਲ੍ਹ ਕੇ ਕੀਤੀਆਂ। ਪੰਜਾਬ ਪੁਲਿਸ ਵੱਲੋਂ ਲੰਡੇ ਹਰੀਕੇ ਦਾ ਨਾਂ ਉਭਰਨ ਤੋਂ ਬਾਅਦ ਆਉਣ ਵਾਲੇ ਕੁਝ ਮਹੀਨੇ ਲੰਡੇ ਦੇ ਪੂਰੇ ਨੈਟਵਰਕ ਲਈ ਬਹੁਤ ਹੀ ਘਾਤਕ ਸਨ। ਲੰਡੇ ਹਰੀਕੇ ਦੇ ਤਕਰੀਬਨ 65 ਤੋਂ 70 ਅਜਿਹੇ ਗੈਂਗਸਟਰ ਜੋ ਕਿ ਉਸਦੇ ਫੁੱਟ ਆਪਰੇਟਿਵ ਮੰਨੇ ਗਏ, ਉਸਦੇ ਨਾਲ ਜੁੜੇ ਹੋਏ ਮੁੰਡੇ ਮੰਨੇ ਗਏ, ਜਿਨ੍ਹਾਂ ਦੇ ਵਿੱਚੋਂ ਕਈ ਸ਼ਾਇਦ ਉਹਨਾਂ ਗੰਭੀਰ ਗਤੀਵਿਧੀਆਂ ਦੇ ਵਿੱਚ ਇਨਵੋਲਵ ਉਸ ਪੱਧਰ ਤੇ ਨਹੀਂ ਵੀ ਸਨ, ਉਹਨਾਂ ਦੀ ਧਰਪਕੜ ਦੇ ਵਿੱਚ ਪੰਜਾਬ ਪੁਲਿਸ ਤੇ ਦੇਸ਼ ਦੀਆਂ ਜਾਂਚ ਏਜੰਸੀਆਂ ਨੇ ਕੋਈ ਕਸਰ ਨਹੀਂ ਛੱਡੀ। ਲੰਡੇ ਤੇ ਮੋਡਿਊਲਸ ਦੇ ਖਿਲਾਫ ਧਰਪਕੜ ਨੂੰ ਹੋਰ ਤੇਜ਼ ਕਰਤਾ। ਆਉਂਦੇ ਕੁਝ ਮਹੀਨਿਆਂ ਦੌਰਾਨ ਲੰਡਾ ਹਰੀਕੇ ਹੋ ਗਈ। ਉਸ ਲੰਡਾ ਹਰੀਕੇ ਜਿਸ ਦਾ ਨਾਂ ਵੀ ਪੰਜਾਬ ਦੇ ਤਤਕਾਲੀ DGP ਨੂੰ ਨਹੀਂ ਸੀ ਲੈਣਾ ਆਂਦਾ, ਲਖਬੀਰ ਸਿੰਘ ਸੰਧੂ ਦੇਸ਼ ਦਾ ਤੇ ਪੰਜਾਬ ਦਾ ਮੋਸਟ ਵਾਂਟਡ ਗੈਂਗਸਟਰ ਨਹੀਂ ਬਲਕਿ ਅਤਵਾਦੀ ਬਣ ਜਾਂਦਾ ਹੈ। ਲਖਬੀਰ ਸਿੰਘ ਲੰਡੇ ਹਰੀਕੇ ਦਾ ਉਭਾਰ ਇੱਕ ਪਾਸੇ ਹੋ ਰਿਹਾ ਸੀ ਤੇ ਦੂਸਰੇ ਪਾਸੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਉਹ ਸਾਜ਼ਿਸ਼। ਇਸ ਦੌਰਾਨ ਲਖਬੀਰ ਸਿੰਘ ਲੰਡਾ ਹਰੀਕੇ ਗੋਲਡੀ ਬਰਾੜ ਦੇ ਨਾਲ ਸੰਪਰਕ ਵਿੱਚ ਹੁੰਦਾ ਹੈ। ਇਨਫੈਕਟ ਮੈਨੂੰ ਜਦੋਂ ਲਖਬੀਰ ਸਿੰਘ ਲੰਡੇ ਨੇ ਫੋਨ ਲਗਾਇਆ, ਮੇਰਾ ਫੋਨ ਨੰਬਰ ਗੋਲਡੀ ਬਰਾੜ ਤੋਂ ਹੀ ਲਖਬੀਰ ਸਿੰਘ ਲੰਡੇ ਹਰੀਕੇ ਨੂੰ ਦਿੱਤਾ ਗਿਆ, ਜਿਸ ਤੋਂ ਬਾਅਦ ਉਸਨੇ ਮੇਰੇ ਨਾਲ ਸੰਪਰਕ ਕੀਤਾ। ਉਸ ਤੋਂ ਬਾਅਦ ਹੀ ਉਹ ਸਾਰੀ ਗੱਲਬਾਤ ਤੇ ਇੰਟਰਵਿਊ ਵਗੈਰਾ ਹੋਈ। ਇਸ ਚੀਜ਼ ਦੇ ਕਾਫੀ ਸਬੂਤ ਤੇ ਇਸ਼ਾਰੇ ਮਿਲਦੇ ਨੇ ਕਿ ਲਖਬੀਰ ਸਿੰਘ ਗੋਲਡੀ ਬਰਾੜ ਦੇ ਨਾਲ ਤਾਲਮੇਲ ਬੈਠਾ ਚੁੱਕਾ ਸੀ, ਲੇਕਿਨ ਲਖਬੀਰ ਸਿੰਘ ਦਾ ਇੱਕ ਆਪਣਾ ਇੰਡੀਪੈਂਡੈਂਟ ਗੈਂਗ ਸੀ।
ਇਹੀ ਉਹ ਸਮਾਂ ਸੀ ਜਦੋਂ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਦੋਂ ਗੋਲਡੀ ਬਰਾੜ ਦੀ ਗ੍ਰਿਫਤਾਰੀ ਸੰਬੰਧੀ ਗਲਤ ਖਬਰ ਆਈ, ਉਸ ਵਕਤ ਮੇਰੀ ਉਹਨਾਂ ਸਮਿਆਂ ਦੌਰਾਨ ਲਖਬੀਰ ਸਿੰਘ ਲੰਡੇ ਹਰੀਕੇ ਦੇ ਨਾਲ ਇੱਕ ਅੱਧੀ ਵਾਰ ਗੱਲਬਾਤ ਜ਼ਰੂਰ ਹੋਈ ਸੀ, ਜਿਸ ਦੌਰਾਨ ਗੋਲਡੀ ਬਰਾੜ ਦੀ ਗ੍ਰਿਫਤਾਰੀ ਨੂੰ ਲੈ ਕੇ ਸਵਾਲ ਖੜੇ ਵੀ ਹੋਏ ਤੇ ਲਖਬੀਰ ਸਿੰਘ ਲੰਡੇ ਹਰੀਕੇ ਨੇ ਇਸ ਨੂੰ ਕੰਟੈਸਟ ਵੀ ਕੀਤਾ। ਲੇਕਿਨ ਸਾਡੀ ਸੂਤਰਾਂ ਦੀ ਜਿਹੜੀ ਜਾਣਕਾਰੀ ਸੀ, ਜੋ ਕਿ ਬਾਅਦ ਦੇ ਵਿੱਚ ਗਲਤ ਨਿਕਲੀ, ਉਸ ਮੁਤਾਬਕ ਗ੍ਰਿਫਤਾਰੀ ਹੋਈ ਸੀ। ਗੋਲਡੀ ਬਰਾੜ ਨੇ ਇਸ ਪੂਰੀ ਦੀ ਪੂਰੀ ਚਰਚਾ ਜਾਂ ਖਬਰਾਂ ਤੋਂ 2 ਦਿਨ ਬਾਅਦ ਮੇਰੇ ਨਾਲ ਸੰਪਰਕ ਕੀਤਾ, ਜਿਸ ਦੌਰਾਨ ਕਾਨਫਰੰਸ ਕਾਲ ਉੱਤੇ ਲਖਬੀਰ ਸਿੰਘ ਲੰਡੇ ਦੀ ਹਾਜ਼ਰੀ, ਜੋ ਕਿ ਬਾਅਦ ਦੇ ਵਿੱਚ ਕੁਝ ਮਿੰਟਾਂ ਤੋਂ ਬਾਅਦ ਮੈਨੂੰ ਪਤਾ ਲੱਗੀ, ਮੇਰੇ ਲਈ ਵੀ ਹੈਰਾਨੀ ਭਰੀ ਸੀ। ਲੇਕਿਨ ਇਸ ਟੈਲੀਫੋਨ ਕਾਲ ਜੋ ਕਿ ਬਾਅਦ ਦੇ ਵਿੱਚ ਪ੍ਰਸਾਰਿਤ ਕੀਤੀ ਗਈ ਦਸੰਬਰ 2022 ਦੇ ਮਹੀਨੇ ਦੌਰਾਨ, ਉਸ ਤੋਂ ਬਾਅਦ ਕੁਝ ਹੀ ਹਫ਼ਤਿਆਂ ਜਾਂ ਦਿਨਾਂ ਤੋਂ ਬਾਅਦ ਆਪਸ ਦੀ ਜਿਹੜੀ ਇਕੁਏਸ਼ਨ ਗੋਲਡੀ ਬਰਾੜ ਅਤੇ ਲਖਬੀਰ ਸਿੰਘ ਲੰਡੇ ਹਰੀਕੇ ਦੀ, ਉਸ ਦੇ ਵਿੱਚ ਵੱਡੇ ਬਦਲਾਅ ਆਏ ਤੇ ਇਹ ਇਕੁਏਸ਼ਨ ਖਰਾਬ ਹੁੰਦੀ ਚਲੀ ਗਈ। ਹੁਣ ਮੈਂ ਤੁਹਾਨੂੰ ਜਨਵਰੀ 2023 ਦੀ ਗੱਲ ਕਰਦਾ ਪਿਆ ਹਾਂ, ਯਾਨੀ ਕਿ ਅੱਜ ਤੋਂ ਠੀਕ 1 ਸਾਲ ਪਹਿਲਾਂ। ਅੱਜ ਦੀ ਇਸ ਰਿਪੋਰਟ ਨੂੰ ਬਣਾਉਣ ਦਾ ਸਬਬ ਕੀ ਹੈ, ਮੈਂ ਹੁਣ ਵਾਪਸ ਉਸ ਤੇ ਆਵਾਂਗਾ ਤੇ ਫਿਰ ਆਪਾਂ ਵਾਪਸ ਜਨਵਰੀ 2023 ਤੇ ਮੁੜ ਕੇ ਜਾਵਾਂਗੇ, ਕਿਉਂਕਿ ਉੱਥੋਂ ਆਪਾਂ ਸਥਿਤੀ ਨੂੰ ਸਮਝਣ ਦੀ ਦੁਬਾਰਾ ਕੋਸ਼ਿਸ਼ ਕਰਾਂਗੇ। ਲੇਟੈਸਟ ਕੁਝ ਦਿਨ ਪਹਿਲਾਂ ਜਿਹੜੀਆਂ 2 ਪੋਸਟਾਂ ਪਾਈਆਂ ਗਈਆਂ ਨੇ, ਪਹਿਲੀ ਪੋਸਟ ਤਾਂ ਲਖਬੀਰ ਸਿੰਘ ਲੰਡੇ ਹਰੀਕੇ ਵੱਲੋਂ ਪਾਈ ਗਈ ਹੈ, ਜੋ ਕਿ ਤਰਨਤਾਰਨ ਦੇ ਵਿੱਚ ਇੱਕ ਵਿਅਕਤੀ ਸੁਖਪ੍ਰੀਤ ਸੁੱਖਾ, ਇਸ ਦਾ ਨਾਂ ਸ਼ਾਇਦ ਦੱਸਿਆ ਜਾਂਦਾ ਹੈ, ਸੁਖਪ੍ਰੀਤ ਸੁੱਖ ਦਾ ਜਿਹੜਾ ਕਤਲ ਕੀਤਾ ਗਿਆ, ਜੋ ਕਿ ਗੋਲੀਆਂ ਮਾਰ ਕੇ ਕੀਤਾ ਗਿਆ, ਤੇ ਮੰਨਿਆ ਜਾਂਦਾ ਕਿ ਸੁਖਪ੍ਰੀਤ ਸੁੱਖ ਲੰਡੇ ਹਰੀਕੇ ਦੇ ਨਾਲ ਹੀ ਕਿਸੇ ਸਮੇਂ ਜੁੜਿਆ ਹੋਇਆ ਸੀ। ਲੇਕਿਨ ਇਸ ਪੋਸਟ ਦੇ ਵਿੱਚ ਲੰਡੇ ਹਰੀਕੇ ਨੇ ਸਾਫ਼ ਕੀਤਾ ਕਿ 2010 ਦਾ ਕੋਈ ਲੈਣਾ ਦੇਣਾ ਇਸ ਵਿਅਕਤੀ ਦੇ ਨਾਲ ਸੀ, ਜਿਸ ਤੋਂ ਬਾਅਦ ਇਸ ਕਤਲ ਨੂੰ ਉਸ ਵੱਲੋਂ, ਯਾਨੀ ਕਿ ਉਸ ਦੇ ਗੈਂਗ ਵੱਲੋਂ ਕਰਵਾਇਆ ਗਿਆ ਹੈ। ਲੇਕਿਨ ਇਸ ਤੋਂ ਅੱਗੇ ਹੀ, ਯਾਨੀ ਕਿ ਦੂਸਰੀ ਲਾਈਨ ਤੋਂ ਹੀ ਲੰਡੇ ਹਰੀਕੇ ਨੇ ਸਿੱਧਾ ਚੈਲੰਜ, ਸਿੱਧੀ ਚੁਣੌਤੀ ਤੇ ਸਿੱਧਾ ਲਲਕਾਰਾ ਦੇ ਦਿੱਤਾ ਲਾਰੈਂਸ ਬਿਸ਼ਨੋਈ ਨੂੰ। ਲਾਰੈਂਸ ਬਿਸ਼ਨੋਈ ਨੂੰ ਲੀਰ ਕਹਿ ਕੇ, ਲਾਰੈਂਸ ਬਿਸ਼ਨੋਈ ਨੂੰ ਇੱਕ ਰੈਟ ਸਨੇਕ ਕਹਿ ਕੇ ਲੰਡਾ ਹਰੀਕੇ ਸੰਬੋਧਿਤ ਕਰਦਾ ਹੈ। ਹੁਣ ਇਹ ਜਿਹੜੀ ਪੋਸਟ ਲੰਡੇ ਹਰੀਕੇ ਨੇ ਪਾਈ, ਇਸ ਦੇ ਵਿੱਚ ਲਾਰੈਂਸ ਦੇ ਸੰਦਰਭ ਦੇ ਵਿੱਚ ਕਈ ਕਿਸਮ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਤੇ ਈਵਨ ਗੋਲਡੀ ਤੇ ਰਿੰਦੇ ਸੰਧੂ ਦੇ ਬਾਰੇ ਵੀ ਗੱਲਾਂ ਕੀਤੀਆਂ ਗਈਆਂ ਨੇ। ਬਿਸ਼ਨੋਈ ਬਾਰੇ ਲਿਖੀਆਂ ਗਈਆਂ ਹੋਰ ਗੱਲਾਂ ਤੋਂ ਇਲਾਵਾ ਇਹ ਵੀ ਲਿਖਿਆ ਗਿਆ ਹੈ ਕਿ ਖਾਲਸਿਆਂ ਬਾਰੇ ਜਿਹੜੀ ਸ਼ਬਦਾਵਲੀ ਲਾਰੈਂਸ ਬਿਸ਼ਨੋਈ ਵਰਤ ਰਿਹਾ ਹੈ, ਉਸ ਤੋਂ ਬਾਅਦ ਉਸ ਨੂੰ ਆਪਣੀ ਟੀ-ਸ਼ਰਟ ਉੱਤੇ ਰੈਡ ਸਨੇਕ ਲਿਖਵਾਉਣਾ ਚਾਹੀਦਾ ਹੈ। ਇਸ ਪੋਸਟ ਦੇ ਵਿੱਚ ਲਖਬੀਰ ਸਿੰਘ ਲੰਡੇ ਹਰੀਕੇ ਨੇ ਜ਼ਿਕਰ ਕੀਤਾ ਹੈ ਉਸ ਕਾਲ ਦਾ, ਜੋ ਕਿ ਲਾਰੈਂਸ ਬਿਸ਼ਨੋਈ ਵੱਲੋਂ ਲਾਈ ਜਾਂਦੀ ਹੈ। ਪੈਟਰੋਲ ਸਟੇਸ਼ਨ ਦੇ ਮਾਲਕ ਤੋਂ ਜਿਹੜੀ ਰੰਗਦਾਰੀ ਦੀ ਵਸੂਲੀ ਲੰਡਾ ਹਰੀਕੇ ਕਰ ਰਿਹਾ ਹੁੰਦਾ ਹੈ, ਉਸ ਸੰਬੰਧੀ ਇੱਕ ਕਾਲ ਦਾ ਜ਼ਿਕਰ ਵੀ ਇਸ ਪੋਸਟ ਦੇ ਵਿੱਚ ਕੀਤਾ ਗਿਆ ਹੈ ਕਿ ਉਹ ਕਾਲ ਲਾਈ ਗਈ ਸੀ। ਉਸ ਵਕਤ ਗੋਲਡੀ ਤੇ ਰਿੰਦੇ ਸੰਧੂ ਵੀ ਦੇ ਆਸ-ਪਾਸ, ਯਾਨੀ ਕਿ ਲਾਰੈਂਸ ਬਿਸ਼ਨੋਈ ਦੇ ਆਸ-ਪਾਸ ਨਹੀਂ ਸੀ ਹੋਇਆ ਕਰਦੇ। ਇਸ਼ਾਰਾ ਇਹ ਕਰਨ ਦੀ ਕੋਸ਼ਿਸ਼ ਲੰਡਾ ਹਰੀਕੇ ਕਰਦਾ ਪਿਆ ਹੈ ਕਿ ਚੋਲਾ ਸਾਹਿਬ ਵਿਖੇ ਜਿਹੜਾ ਪੈਟਰੋਲ ਸਟੇਸ਼ਨ, ਜਿਸ ਦੇ ਬਾਹਰ ਗੋਲੀਆਂ ਵੀ ਚਲਾਈਆਂ ਗਈਆਂ, ਲੰਡੇ ਹਰੀਕੇ ਦੇ ਖਿਲਾਫ ਅਪਰਾਧਿਕ ਮੁਕੱਦਮਾ ਵੀ ਦਰਜ ਹੋਇਆ, ਫਿਰੌਤੀ ਰੰਗਦਾਰੀ ਦੀ ਵਸੂਲੀ ਲਈ ਪੂਰੀ ਦੀ ਪੂਰੀ ਵਾਰਦਾਤ ਕੀਤੀ ਗਈ ਸੀ। ਇਸ ਗੱਲਬਾਤ ਦੌਰਾਨ ਅਲੈਜਿਡਲੀ ਕਥਿਤ ਤੌਰ ਤੇ ਇੱਕ ਫੋਨ ਲਾਰੈਂਸ ਬਿਸ਼ਨੋਈ ਵੱਲੋਂ ਕੀਤਾ ਗਿਆ ਤੇ ਸ਼ਾਇਦ ਇਸ ਰੰਗਦਾਰੀ ਨੂੰ ਨਾ ਵਸੂਲਣ ਦੀ ਗੱਲ ਕੀਤੀ ਗਈ, ਜਿਸ ਨੂੰ ਲੰਡੇ ਹਰੀਕੇ ਨੇ ਨਹੀਂ ਮੰਨਿਆ। ਪੋਸਟ ਦੇ ਵਿੱਚ ਲੰਡੇ ਹਰੀਕੇ ਨੇ ਇਹ ਵੀ ਲਿਖਿਆ ਕਿ ਪਿਛਲੇ 1 ਸਾਲ ਤੋਂ ਉਹੀ ਵਿਅਕਤੀ, ਯਾਨੀ ਕਿ ਖੁਦ ਲੰਡਾ ਹਰੀਕੇ, ਜੋ ਕਿ ਸਭ ਦੀ ਹਿੱਕ ਵਿੱਚ ਵੱਜਦਾ ਆ ਰਿਹਾ ਹੈ, ਉਸ ਦੇ ਬਾਰੇ ਕਿਸੇ ਦੀ ਕੋਈ ਗੱਲਬਾਤ ਕਰਨ ਦੀ, ਉਸ ਦੇ ਬਾਰੇ ਕੁਝ ਬੋਲਣ ਦੀ ਹਿੰਮਤ ਨਹੀਂ ਹੈ। ਸੋ ਇਹ ਸਾਰੀਆਂ ਗੱਲਾਂ ਬਾਤਾਂ ਨੂੰ ਖਤਮ ਕਰਦਿਆਂ ਹੋਇਆ ਇਸ ਪੋਸਟ ਦੇ ਅੰਤ ਵਿੱਚ ਲੰਡਾ ਹਰੀਕੇ ਲਿਖਦਾ ਹੈ that the rat snake must die। ਹੁਣ ਇਸ ਪੋਸਟ ਦੀ ਜੇ ਆਪਾਂ ਸ਼ਬਦਾਵਲੀ ਨੂੰ ਦੇਖੀਏ ਤਾਂ ਉਸ ਦੇ ਵਿੱਚ ਇੱਕ ਸਿੱਧਾ ਚੈਲੰਜ, ਚੁਣੌਤੀ ਨਜ਼ਰ ਆ ਰਹੀ ਹੈ। ਲੇਕਿਨ ਇਹ ਚੀਜ਼ ਸਮਝ ਤੋਂ ਬਾਹਰ ਹੈ ਕਿ ਕੀ ਇਹ ਸਭ ਕੁਝ ਅਚਾਨਕ ਹੋਇਆ? ਬਿਲਕੁਲ ਨਹੀਂ, ਅਚਾਨਕ ਨਹੀਂ ਹੋਇਆ। ਇਸ ਦਾ ਮੈਂ ਕੰਟੈਕਸਟ ਤੁਹਾਨੂੰ ਐਕਸਪਲੇਨ ਕਰਾਂਗਾ ਥੋੜੀ ਦੇਰ ਬਾਅਦ ਦੇ ਵਿੱਚ। ਲੇਕਿਨ ਉਸ ਤੋਂ ਪਹਿਲਾਂ ਲਖਬੀਰ ਸਿੰਘ ਲੰਡਾ ਹਰੀਕੇ ਦਾ ਖਾਸਮ ਖਾਸ ਸੱਤਾ ਨੌਸ਼ਹਿਰਾ, ਸਤਵੀਰ ਸਿੰਘ ਸੱਤਾ ਨੌਸ਼ਹਿਰਾ, ਤੁਹਾਨੂੰ ਯਾਦ ਹੋਏਗਾ ਕਿ ਅੱਜ ਤੋਂ 1.5 ਸਾਲ ਪਹਿਲਾਂ ਆਪਾਂ ਇੱਕ ਰਿਪੋਰਟ ਬਣਾਈ ਸੀ ਯੂਰਪ ਦੇ ਵਿੱਚ, ਹੈਪੀ ਸੰਘੇੜਾ। ਇਨਫੈਕਟ ਹੈਪੀ ਸੰਘੇੜਾ ਵੀ ਲੰਡੇ ਹਰੀਕੇ ਦੇ ਨਾਲ ਉਸ ਦਾ ਹੀ ਸਾਥੀ ਦੱਸਿਆ ਗਿਆ। ਲੇਕਿਨ ਲਖਬੀਰ ਸਿੰਘ ਲੰਡੇ ਹਰੀਕੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਪਾ ਕੇ ਯੂਰਪ ਦੇ ਵਿੱਚ ਹੈਪੀ ਸੰਘੇੜਾ, ਜੋ ਕਿ ਉਸ ਦੇ ਮੁਤਾਬਕ ਭਾਰਤੀ ਜਾਂਚ ਏਜੰਸੀਆਂ ਦਾ ਮੁਖਬਰ ਹੋ ਚੁੱਕਿਆ ਸੀ, ਉਸ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਲਈ ਸੀ। ਹਾਲਾਂਕਿ ਨਾ ਤਾਂ ਉਹ ਲਾਸ਼, ਹੈਪੀ ਸੰਘੇੜੇ ਦਾ ਜੇ ਕੋਈ ਕਤਲ ਹੋਇਆ ਤਾਂ ਉਹ ਲਾਸ਼ ਕਿੱਥੇ ਹੈ, ਕਿਹੜੀ ਥਾਂ, ਯੂਰਪ ਦੇ ਵਿੱਚ ਕਿਹੜਾ ਕੰਟਰੀ, ਕਿਹੜਾ ਮੁਲਕ, ਕਿਹੜਾ ਸ਼ਹਿਰ ਸੀ, ਇਹ ਸਾਰੇ ਵੇਰਵੇ ਅੱਜ ਤੱਕ ਨਿਕਲ ਨਹੀਂ ਪਾਏ। ਲੇਕਿਨ ਲੰਡੇ ਹਰੀਕੇ ਅਤੇ ਸੱਤੇ ਨੌਸ਼ਹਿਰੇ ਵੱਲੋਂ ਇਹ ਜ਼ਿੰਮੇਵਾਰੀ ਚੁੱਕੀ ਗਈ ਸੀ ਤੇ ਹੁਣ ਸੁਖਪ੍ਰੀਤ ਸੁੱਖ ਦੀ ਕਤਲ ਦੀ ਜ਼ਿੰਮੇਵਾਰੀ ਉਹਨਾਂ ਵੱਲੋਂ, ਦੋਵਾਂ ਵੱਲੋਂ ਚੁੱਕੀ ਜਾਂਦੀ ਹੈ। ਸੱਤਾ ਨੌਸ਼ਹਿਰਾ ਜਿਹੜੀ ਆਪਣੀ ਪੋਸਟ ਪਾਉਂਦਾ ਹੈ, ਉਸ ਦੇ ਵਿੱਚ ਉਹ ਵੀ ਜ਼ਿਕਰ ਤਰਨਤਾਰਨ ਦੇ ਇਸੇ ਸੁੱਖ ਨਾਂ ਦੇ ਵਿਅਕਤੀ ਦੇ ਕਤਲ ਦਾ ਕਰਦਾ ਹੈ, ਜਿਸ ਤੋਂ ਬਾਅਦ ਉਸ ਵੱਲੋਂ ਨਿਸ਼ਾਨਾ ਲਾਇਆ ਜਾਂਦਾ ਹੈ, ਨਿਸ਼ਾਨੇ ਤੇ ਲਿਆ ਜਾਂਦਾ ਹੈ ਅਰਸ਼ਦੀਪ ਡਾਲਾ। ਹੁਣ ਇੱਥੇ ਥੋੜੀ ਜਿਹੀ ਕਹਾਣੀ ਬਦਲਦੀ ਹੈ, ਕਿਉਂਕਿ ਅਰਸ਼ਦੀਪ ਡਾਲਾ, ਜਿਸ ਨੂੰ ਕਿ ਕਈ ਕਿਸਮ ਦੇ ਮੰਦੇ ਸ਼ਬਦ ਕਹਿ ਕੇ ਸੱਤੇ ਨੌਸ਼ਹਿਰੇ ਨੇ ਗੱਲਾਂ ਬਾਤਾਂ ਉਸ ਬਾਰੇ ਕੀਤੀਆਂ,
ਕਿਹਾ ਕਿ ਸੁੱਖਾ ਦੁਨੇਕੇ, ਜਿਸ ਨੂੰ ਕਿ ਵਿਨੀਪੈਗ ਮੈਨੀਟੋਬਾ ਦੇ ਵਿੱਚ ਕਤਲ ਕੀਤਾ ਗਿਆ, ਉਸ ਦੇ ਨਾਂ ਦੇ ਉੱਤੇ ਅਰਸ਼ ਡਾਲਾ ਪੈਸੇ ਇਕੱਠੇ ਕਰਦਾ ਸੀ, ਲੋਕਾਂ ਨੂੰ ਧਮਕੀਆਂ, ਰੰਗਦਾਰੀਆਂ ਵਗੈਰਾ ਉਹਨਾਂ ਤੋਂ ਵਸੂਲਦਾ ਸੀ। ਲੇਕਿਨ ਵਿਨੀਪੈਗ ਵਿਖੇ ਦੁਨੇਕੇ ਦੇ ਕਤਲ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਪੋਸਟ ਤੱਕ ਅਰਸ਼ਦੀਪ ਡਾਲੇ ਵੱਲੋਂ ਨਹੀਂ ਪਾਈ ਗਈ। ਸੋ ਅਰਸ਼ਦੀਪ ਡਾਲੇ ਸੰਬੰਧੀ ਉਹਨੇ ਕੁਝ ਗੱਲਾਂ ਬਾਤਾਂ ਕੀਤੀਆਂ ਤੇ ਉਸੇ ਤਰਜ਼ ਦੇ ਵਿੱਚ ਜਿਵੇਂ ਕਿ ਲਖਬੀਰ ਸਿੰਘ ਲੰਡਾ ਹਰੀਕੇ ਲਾਰੈਂਸ ਬਿਸ਼ਨੋਈ ਨੂੰ ਚੁਣੌਤੀ ਦੇ ਰਿਹਾ ਹੈ, ਸੱਤੇ ਨੌਸ਼ਹਿਰੇ ਨੇ ਵੀ ਬਹੁਤ ਸੀਆਂ ਗੱਲਾਂ ਬਾਤਾਂ ਕੀਤੀਆਂ। ਸੱਤੇ ਨੌਸ਼ਹਿਰੇ ਦੀ ਇਸ ਪੋਸਟ ਦੇ ਵਿੱਚ ਜ਼ਿਕਰ ਤਤਕਾਲੀ ਤਰਨਤਾਰਨ ਐਸਐਸਪੀ ਗੁਰਮੀਤ ਚੌਹਾਨ ਦਾ ਵੀ ਕੀਤਾ ਜਾਂਦਾ ਹੈ ਤੇ ਇਸ ਤਰੀਕੇ ਦੀ ਇੱਕ ਅਸਿੱਧੀ ਧਮਕੀ ਦਿੱਤੀ ਗਈ ਹੈ ਕਿ 200 ਦੇ ਆਸ-ਪਾਸ ਅਜਿਹੇ ਲੋਕ ਹੋ ਸਕਦੇ ਨੇ ਜਿਨ੍ਹਾਂ ਨੂੰ ਪ੍ਰੇਰਿਤ ਕਰਕੇ, ਮੋਬਿਲਾਈਜ਼ ਕਰਕੇ ਗੁਰਮੀਤ ਚੌਹਾਨ ਹੋਣਾ ਨੇ ਲਖਬੀਰ ਲੰਡੇ ਦੇ ਗੈਂਗ ਦੇ ਖਿਲਾਫ ਕੰਮ ਕਰਨ ਲਈ ਤਿਆਰ ਕੀਤਾ ਹੋਏਗਾ ਤੇ ਹੁਣ ਉਹਨਾਂ 200 ਦੇ ਆਸ-ਪਾਸ ਲੋਕਾਂ ਦਾ ਕੀ ਹੋਏਗਾ। ਸੋ ਇਸ ਤਰੀਕੇ ਦੀ ਧਮਕੀ ਵੀ ਸੱਤਾ ਨੌਸ਼ਹਿਰਾ, ਜੋ ਕਿ ਲੰਡੇ ਹਰੀਕੇ ਦਾ ਖਾਸਮ ਖਾਸ ਹੈ, ਉਸ ਦੇ ਨਾਲ ਹੀ ਆਪਰੇਟ ਕਰਦਾ ਹੈ, ਸਿੰਘ ਕੇ ਸਾਰੇ ਲੋਕ ਕੰਮ ਕਰਦੇ ਨੇ, ਉਸ ਵੱਲੋਂ ਆਪਣੀ ਸੋਸ਼ਲ ਮੀਡੀਆ ਪੋਸਟ ਉੱਤੇ ਦਿੱਤੀ ਜਾ ਰਹੀ ਹੈ। ਇੱਥੇ ਮੈਂ ਦੱਸਦਾ ਕਿ ਲਖਬੀਰ ਸਿੰਘ ਲੰਡਾ ਹਰੀਕੇ, ਇਹ ਜਿਹੜਾ ਸੱਤਾ ਨੌਸ਼ਹਿਰਾ, ਇੱਕ ਗੁਰਦੇਵ ਜੱਸਲ ਨਾਂ ਦਾ ਗੈਂਗਸਟਰ ਹੈ ਤੇ ਇਹਨਾਂ ਦੇ ਨਾਲ ਹੋਰ ਕੁਝ ਅਜਿਹੇ ਗੈਂਗਸਟਰ ਵੀ ਜੁੜੇ ਹੋਏ ਨੇ ਜੋ ਕਿ ਹੁਣ ਲੰਡੇ ਹਰੀਕੇ ਦੇ ਨਾਲ ਕੰਮ ਕਰ ਰਹੇ ਨੇ। ਲੰਡੇ ਹਰੀਕੇ ਦਾ ਕਿਸੇ ਵੀ ਗੈਂਗ ਦੇ ਨਾਲ ਅਲਾਈਨਮੈਂਟ ਨਹੀਂ ਹੈ। ਹੁਣ ਇਹ ਜਿਹੜੀਆਂ ਦੋ ਪੋਸਟਾਂ, ਇੱਕ ਲੰਡੇ ਹਰੀਕੇ ਵੱਲੋਂ ਤੇ ਦੂਸਰੀ ਸੱਤੇ ਨੌਸ਼ਹਿਰੇ ਵੱਲੋਂ ਪਾਈ ਗਈ ਹੈ, ਇਸ ਦਾ ਮਤਲਬ ਕੀ ਹੈ। ਵਾਪਸ ਆਪਾਂ ਜਨਵਰੀ 2023 ਦੇ ਵਿੱਚ ਚੱਲਦੇ ਹਾਂ। ਉਸ ਵਕਤ ਜਦੋਂ ਕਿ ਗੋਲਡੀ ਬਰਾੜ ਅਤੇ ਲੰਡਾ ਹਰੀਕੇ ਇੱਕ WhatsApp ਕਾਲ ਉੱਤੇ, ਜਿਸ ਨੂੰ ਕਿ ਫਰਦਰ ਅੱਗੇ ਇੱਕ ਕਾਲ ਦੇ ਜ਼ਰੀਏ ਲੰਡੇ ਹਰੀਕੇ ਦੇ ਨਾਲ ਜੋੜਿਆ ਗਿਆ ਹੁੰਦਾ ਹੈ, ਉਸ ਫੋਨ ਕਾਲ ਉੱਤੇ ਕਨੈਕਟ ਹੁੰਦੇ ਨੇ। ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਜਾਂਚ ਏਜੰਸੀਆਂ ਤੇ ਸਾਡੇ ਆਬਜ਼ਰਵਰਸ ਦੇ ਵਿੱਚ ਇੱਕ ਪ੍ਰਭਾਵ ਗਿਆ ਕਿ ਆਪਸ ਦੇ ਵਿੱਚ ਤਾਲਮੇਲ ਦੇ ਵਿੱਚ ਨੇ। ਇਸ ਤੋਂ ਪਹਿਲਾਂ ਵੀ ਕਈ ਮਹੀਨਿਆਂ ਤੱਕ ਇਹਨਾਂ ਦੀ ਆਪਸ ਦੇ ਵਿੱਚ ਤਾਲਮੇਲ ਰਿਹਾ, ਲੇਕਿਨ ਕੁਝ ਹੀ ਦਿਨ ਜਾਂ ਕੁਝ ਹੀ ਹਫ਼ਤਿਆਂ ਬਾਅਦ ਇਸ ਤਰੀਕੇ ਦੀਆਂ ਖਬਰਾਂ ਉੱਭਰਨੀਆਂ ਸ਼ੁਰੂ ਹੋ ਗਈਆਂ ਤੇ ਪੂਰਾ ਸਾਲ ਇਹ ਜਿਹੜੀ ਸੋਸ਼ਲ ਮੀਡੀਆ ਪੋਸਟਾਂ ਦੇ ਵਿੱਚ ਤਲਖੀ ਲਾਰੈਂਸ ਗੈਂਗ ਦੇ ਖਿਲਾਫ ਲੰਡੇ ਹਰੀਕੇ ਦੀ ਦਿਸਦੀ ਪਈ ਹੈ। ਹਾਲਾਂਕਿ ਗੋਲਡੀ ਬਰਾੜ ਬਾਰੇ ਕੋਈ ਵੀ ਮੰਦਾ ਸ਼ਬਦ ਨਹੀਂ ਵਰਤਿਆ ਗਿਆ ਹੈ। ਰਿੰਦੇ ਸੰਧੂ ਬਾਰੇ ਇਸ ਸੋਸ਼ਲ ਮੀਡੀਆ ਦੇ ਪੋਸਟ ਦੇ ਵਿੱਚ ਕਈ ਚੀਜ਼ਾਂ ਕਹੀਆਂ ਗਈਆਂ ਨੇ, ਲੇਕਿਨ ਲਾਰੈਂਸ ਬਿਸ਼ਨੋਈ ਗੈਂਗ ਦੇ ਖਿਲਾਫ ਸਿੱਧੇ ਤਰੀਕੇ ਦੇ ਨਾਲ ਚੈਲੰਜ ਬਣਨ ਵਾਲੀ ਇਸ ਪੋਸਟ ਦੇ ਪੈਣ ਤੋਂ 1 ਸਾਲ ਪਹਿਲਾਂ ਹੀ ਇਹ ਤਲਖੀ, ਇਹ ਫ੍ਰਿਕਸ਼ਨ, ਰਾਦਰ ਮੈਂ ਕਹਾਂਗਾ ਕਿ ਅੰਡਰਵਰਲਡ ਦੀ ਇਹ ਦੁਸ਼ਮਣੀ ਸ਼ੁਰੂ ਹੋ ਗਈ ਸੀ, ਜਿਸ ਦੇ ਬਾਰੇ ਕੋਈ ਵੀ ਜਾਣਕਾਰੀ ਪਬਲਿਕ ਦੇ ਵਿੱਚ ਨਹੀਂ ਆ ਪਾਈ। ਇਹਨਾਂ तमाम ਮਹੀਨਿਆਂ ਸਾਲਾਂ ਦੌਰਾਨ ਇਸ ਤਰੀਕੇ ਦੀਆਂ ਕਈ ਇਨਪੁਟਸ ਮੇਰੇ ਕੋਲ ਆਈਆਂ। ਹੁਣ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਲਖਬੀਰ ਸਿੰਘ ਲੰਡਾ ਹਰੀਕੇ ਜਿਹੜੇ ਵੀ ਮੁਲਕ ਦੇ ਵਿੱਚ, ਚਾਹੇ ਉਹ ਕੈਨੇਡਾ ਦਾ ਐਡਮਿੰਟਨ ਦੇ ਵਿੱਚ ਹੋਵੇ ਜਾਂ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਹੋਵੇ ਜਾਂ ਫਿਰ ਅਮਰੀਕਾ ਦੇ ਵਿੱਚ ਪਹੁੰਚ ਚੁੱਕਾ ਹੋਵੇ, ਤੇ ਗੋਲਡੀ ਬਰਾੜ ਇਸ ਵਕਤ ਜਿੱਥੇ ਵੀ ਘੁੰਮਦੇ ਪਏ ਨੇ, ਕੋਸ਼ਿਸ਼ ਇਹ ਜ਼ਰੂਰ ਹੋ ਰਹੀ ਹੈ ਕਿ ਇਹਨਾਂ ਦੀ ਲੋਕੇਸ਼ਨ ਟਰੈਕ ਕਰਕੇ ਇਹਨਾਂ ਨੂੰ ਨਿਸ਼ਾਨਾ ਬਣਾਇਆ ਜਾਵੇ। ਸੋ ਇਹ ਮੰਨਿਆ ਜਾ ਸਕਦਾ ਹੈ ਤੇ ਇਸ ਤਰੀਕੇ ਦੇ ਕਈ ਹਿੰਟ ਮਿਲਣੇ ਸ਼ੁਰੂ ਹੋ ਚੁੱਕੇ ਸਨ ਕਿ ਲਖਬੀਰ ਸਿੰਘ ਲੰਡਾ ਹਰੀਕੇ ਇੱਕ ਵੱਖਰੇ ਟਰੈਕ ਦੇ ਉੱਤੇ, ਆਪਣੇ ਇੰਡੀਪੈਂਡੈਂਟ ਟਰੈਕ ਦੇ ਉੱਤੇ ਤੁਰਨਾ ਚਾਹੁੰਦਾ ਸੀ। ਇਸ ਚੀਜ਼ ਦੀ ਐਕਸਪੈਕਟੇਸ਼ਨ ਰਹੀ ਹੋ ਸਕਦੀ ਹੈ ਕਿ ਉਹ ਜਿਹੜਾ ਤਾਲਮੇਲ ਗੋਲਡੀ ਬਰਾੜ ਤੇ ਲੰਡੇ ਹਰੀਕੇ ਦਰਮਿਆਨ ਸਾਲ 2022 ਦੌਰਾਨ ਬਣਦਾ ਪਿਆ ਸੀ, ਜਿਸ ਦੀ ਝਲਕ ਉਸ ਕਾਨਫਰੰਸ ਕਾਲ ਦੇ ਵਿੱਚ ਨਜ਼ਰ ਆਈ ਸੀ, ਉਸ ਤਾਲਮੇਲ ਨੂੰ ਹੋਰ ਥੋੜਾ ਜਿਹਾ ਪੁਖਤਾ ਰੂਪ ਦਿੱਤਾ ਜਾਏ। ਲੇਕਿਨ ਲੰਡਾ ਹਰੀਕੇ ਇਸ ਲਈ ਤਿਆਰ ਨਹੀਂ ਹੋਇਆ। ਲੰਡੇ ਹਰੀਕੇ ਦਾ ਮਲਾਲ ਇਹ ਵੀ ਰਿਹਾ ਨਾ तमाम ਸਾਲਾਂ ਦੌਰਾਨ। ਮੇਰੀ ਆਖਰੀ ਗੱਲ ਲੰਡੇ ਹਰੀਕੇ ਦੇ ਨਾਲ ਤਕਰੀਬਨ 12 ਮਹੀਨੇ ਪਹਿਲਾਂ ਹੋਈ ਸੀ, ਜਿਸ ਦੌਰਾਨ ਉਸ ਦੀਆਂ ਗੱਲਾਂ ਬਾਤਾਂ ਦੇ ਵਿੱਚੋਂ ਮੈਨੂੰ ਇਹ ਚੀਜ਼ ਸਮਝ ਵਿੱਚ ਆਈ ਕਿ ਲੰਡਾ ਹਰੀਕੇ ਇਸ ਚੀਜ਼ ਨੂੰ ਲੈ ਕੇ ਸਭ ਤੋਂ ਜ਼ਿਆਦਾ ਪਰੇਸ਼ਾਨ ਸੀ ਕਿ ਉਸ ਦੇ 65 ਤੋਂ 70 ਦੇ ਆਸ-ਪਾਸ ਜਿਹੜੇ ਫੁੱਟ ਆਪਰੇਟਿਵਸ ਤੇ ਗੈਂਗਸਟਰ ਨੇ, ਉਹਨਾਂ ਦੀ ਧਰਪਕੜ ਜਿਹੜੇ ਹਾਲਾਤਾਂ ਦੇ ਵਿੱਚ ਪੰਜਾਬ, ਭਾਰਤ ਦੇ ਹੋਰ ਰਾਜਾਂ ਦੇ ਵਿੱਚ ਹੋਈ ਹੈ, ਚਾਹੇ ਦਿੱਲੀ ਪੁਲਿਸ ਸਪੈਸ਼ਲ ਸੈੱਲ ਨੇ ਕੀਤੀ ਹੋਵੇ, ਚਾਹੇ ਪੰਜਾਬ ਪੁਲਿਸ ਦੀ AGTF ਨੇ ਕੀਤੀ ਹੋਵੇ, ਉਸ ਦੇ ਪਿੱਛੇ ਕੋਈ ਨਾ ਕੋਈ ਇਨਸਾਈਡਰ ਜ਼ਰੂਰ ਹੈ ਜੋ ਕਿ ਇਹ ਇਨਪੁਟਸ, ਇਹਨਾਂ ਜਾਣਕਾਰੀਆਂ ਨੂੰ ਦੇ ਰਿਹਾ ਹੈ। ਸੋ ਲਖਬੀਰ ਸਿੰਘ ਲੰਡੇ ਹਰੀਕੇ ਨੂੰ ਡੇ 1 ਤੋਂ ਇਹ ਸ਼ੱਕ ਸੀ ਕਿ ਉਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇਹੀ ਕਾਰਨ ਸੀ ਸ਼ਾਇਦ ਕਿ ਲਖਬੀਰ ਸਿੰਘ ਲੰਡੇ ਨੇ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਨਾਲ ਜਾਂ ਗੋਲਡੀ ਬਰਾੜ ਦੇ ਨਾਲ ਉਹ ਜਿਹੜੀ ਸਾਂਝ ਸੀ ਉਸ ਨੂੰ ਹੋਰ ਮਜ਼ਬੂਤ ਨਹੀਂ ਹੋਣ ਦਿੱਤਾ। ਲੰਡਾ ਹਰੀਕੇ ਜੋ ਕਿ ਸ਼ੁਰੂ ਤੋਂ ਹੀ ਇੰਡੀਪੈਂਡੈਂਟਲੀ ਚੱਲਿਆ, ਉਸਨੇ ਕਿਸੇ ਗੈਂਗ ਦਾ ਹਿੱਸਾ ਬਣਨ ਜਾਂ ਕਿਸੇ ਗੈਂਗ ਦੇ ਨਾਲ ਟਾਈ ਅਪ ਨਹੀਂ ਕੀਤਾ ਹੈ। ਹਰਵਿੰਦਰ, ਰਿੰਦੇ ਸੰਧੂ ਜਾਂ ਫਿਰ ਦਿਲਪ੍ਰੀਤ ਬਾਬੇ, ਇਹਨਾਂ ਦੇ ਨਾਲ ਉਸ ਨੂੰ ਜੋੜ ਕੇ ਵੇਖਿਆ ਜਾਂਦਾ ਹੈ। ਲੇਕਿਨ ਇਸ ਚੀਜ਼ ਦਾ ਮੈਂ ਜ਼ਿਕਰ ਆਪਣੀਆਂ ਕਈ ਰਿਪੋਰਟਸ ਦੇ ਵਿੱਚ ਵੀ ਕੀਤਾ ਹੈ ਕਿ ਹਰਵਿੰਦਰ, ਰਿੰਦੇ ਸੰਧੂ ਦੇ ਨਾਲ ਉਸਦੀ ਮੁਲਾਕਾਤ ਪੋਸੀਬਲੀ ਸ਼ਾਇਦ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਹੋਈ। ਦਿਲਪ੍ਰੀਤ ਬਾਬੇ ਨੂੰ ਪਹਿਲਾਂ ਤੋਂ ਜਾਣਦਾ ਸੀ, ਸੋ ਦਿਲਪ੍ਰੀਤ ਬਾਬੇ ਦੇ ਨਾਲ ਜੇਲ੍ਹ ਦੇ ਵਿੱਚ ਹੋਣ ਕਾਰਨ ਰਿੰਦੇ ਸੰਧੂ ਦੇ ਨਾਲ ਮੁਲਾਕਾਤ ਹੁੰਦੀ ਹੈ। ਜੇਲ੍ਹ ਤੋਂ ਛੁੱਟਣ ਤੋਂ ਬਾਅਦ ਆਪਣੀ ਮੋਟਰ ਉੱਤੇ ਆਪਣੇ ਪਿੰਡ ਦੇ ਵਿੱਚ ਰਿੰਦੇ ਸੰਧੂ ਨੂੰ ਠਹਿਰ ਕਟਵਾਉਂਦਾ ਹੈ। ਇਸ ਦੌਰਾਨ ਇੱਕ ਪੁਲਿਸ ਪਾਰਟੀ, ਇੱਕ SHO, 6-7 ਕਰਮਚਾਰੀ ਲੈ ਕੇ ਉਸ ਮੋਟਰ ਦੇ ਉੱਤੇ ਛਾਪਾ ਵੀ ਮਾਰਦੇ ਨੇ। ਲੇਕਿਨ ਛਾਪਾ ਜਦੋਂ ਵੱਜਦਾ ਹੈ ਉਸ ਵਕਤ ਰਿੰਦੇ ਸੰਧੂ ਤੇ ਇਨਫੈਕਟ ਲਖਬੀਰ ਸਿੰਘ ਲੰਡਾ ਹਰੀਕੇ ਉੱਥੇ ਨਹੀਂ ਹੁੰਦਾ, ਲੇਕਿਨ ਦੱਸਿਆ ਜਾਂਦਾ ਹੈ ਕਿ ਰਿੰਦੇ ਸੰਧੂ ਨੇ ਵੈਪਨ ਜਿਹੜੇ ਸੀ ਪੁਲਿਸ ਵਾਲਿਆਂ ਦੇ ਉੱਤੇ ਤਾਣ ਲਏ, ਜਿਸ ਤੋਂ ਬਾਅਦ ਪੁਲਿਸ ਵਾਲਿਆਂ ਦੇ ਮੂੰਹ ਘੁਮਾ ਕੇ ਦੀਵਾਰਾਂ ਦੇ ਨਾਲ ਲਾਤੇ ਗਏ ਤੇ ਉੱਥੋਂ ਹਰਵਿੰਦਰ, ਰਿੰਦਾ ਸੰਧੂ ਤੇ ਉਸਦੇ ਨਾਲ ਜਿਹੜੇ ਹੋਰ ਸਾਥੀ ਸਨ
ਉਹ ਰਫੂ ਚੱਕਰ ਹੋ ਗਏ, ਗਾਇਬ ਹੋ ਗਏ। ਇਸ ਤੋਂ ਬਾਅਦ ਜਿਹੜੀ ਦਬਿਸ਼ ਹੋਈ ਲੰਡੇ ਹਰੀਕੇ ਦੇ ਖਿਲਾਫ ਹੋਈ। ਲੰਡਾ ਹਰੀਕੇ ਦੇ ਖਿਲਾਫ ਜਿਹੜੇ ਕੇਸ ਦਰਜ ਹੋਣੇ ਸ਼ੁਰੂ ਹੋਏ, ਉਸ ਤੋਂ ਬਾਅਦ ਉਸਨੇ ਦੇਸ਼ ਛੱਡਣ ਦਾ ਫੈਸਲਾ ਲਿਆ। ਰਿਸ਼ਵਤ ਦੇ ਕੇ ਇੱਕ ਪੁਲਿਸ ਕਲੀਅਰੈਂਸ ਸਰਟੀਫਿਕੇਟ ਲਿਆ ਗਿਆ, ਜਦੋਂ ਕਿ ਲੰਡੇ ਹਰੀਕੇ ਦੇ ਖਿਲਾਫ ਕੁਝ ਅਪਰਾਧਿਕ ਮੁਕੱਦਮੇ ਉਸ ਵਕਤ ਤੱਕ ਸੀ। ਐਡਮਿੰਟਨ ਦੇ ਵਿੱਚ ਲੰਡਾ ਹਰੀਕੇ ਪਹੁੰਚ ਜਾਂਦਾ ਹੈ। ਐਡਮਿੰਟਨ ਦੇ ਵਿੱਚ ਪਹੁੰਚਣ ਤੱਕ ਲੰਡੇ ਹਰੀਕੇ ਦੇ ਖਿਲਾਫ ਕੋਈ ਸੰਗੀਨ ਅਪਰਾਧਿਕ ਮੁਕੱਦਮੇ ਨਹੀਂ ਸੀ, ਲੇਕਿਨ ਇਸ ਤੋਂ ਬਾਅਦ ਦੱਸਿਆ ਜਾਂਦਾ ਕਿ ਉਸ ਦੇ ਪਿੰਡ ਤੇ ਉਸ ਦੇ ਘਰ ਦੇ ਵਿੱਚ ਟਾਰਗੇਟ ਕੀਤਾ ਜਾਂਦਾ ਹੈ ਉਹ ਵਿਅਕਤੀ ਜਿਨ੍ਹਾਂ ਦਾ ਜ਼ਿਕਰ ਉਸ ਇੰਟਰਵਿਊ ਦੇ ਵਿੱਚ ਲੰਡੇ ਹਰੀਕੇ ਨੇ ਕੀਤਾ। ਤਰਨਤਾਰਨ ਦੇ ਆਸ-ਪਾਸ ਦੇ ਇਲਾਕੇ ਦੇ ਕੁਝ ਅਜਿਹੇ ਸਿਆਸੀ ਰਸੂਖਦਾਰ ਲੋਕ ਜਿਨ੍ਹਾਂ ਵੱਲੋਂ ਦਬਾਅ ਇਹ ਸੀ ਐਸ ਪਰ ਦ ਵਰਡਸ ਆਫ ਲੰਡਾ ਹਰੀਕੇ ਕਿ ਉਸ ਨੂੰ ਡਰੱਗਸ ਵੇਚਣ ਤੇ ਉਹਨਾਂ ਦੇ ਨਾਲ ਹੱਥ ਮਿਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਜਦੋਂ ਉਸ ਤਰੀਕੇ ਦਾ ਦਬਾਅ ਵੱਧਦਾ ਹੈ, ਉਸ ਦੇ ਘਰ ਉੱਤੇ ਪ੍ਰੈਸ਼ਰ ਵੱਧਦਾ ਹੈ ਤੇ ਉਸ ਤੋਂ ਬਾਅਦ ਲੰਡਾ ਹਰੀਕੇ ਅਪਰਾਧ ਜਗਤ ਦੇ ਵਿੱਚ ਇੱਕ ਵਾਰ ਫਿਰ ਕੈਨੇਡਾ ਦੇ ਐਡਮਿੰਟਨ ਤੋਂ ਬੈਠ ਕੇ ਹੋਰ ਸਰਗਰਮ ਹੋ ਜਾਂਦਾ ਹੈ, ਜਿਸ ਤੋਂ ਬਾਅਦ ਅਕਾਲੀ ਦਲ ਦੇ 2 ਸਥਾਨਕ ਲੀਡਰਾਂ ਦਾ ਕਤਲ ਕੀਤਾ ਗਿਆ, ਕੁਝ ਹੋਰ ਗੋਲੀਬਾਰੀ ਦੀ ਘਟਨਾਵਾਂ ਨੂੰ ਅੰਜਾਮ ਦਵਾਇਆ ਗਿਆ ਤੇ ਇੱਥੋਂ ਹੀ ਸ਼ੁਰੂ ਹੋਇਆ ਲੰਡੇ ਹਰੀਕੇ ਦਾ ਰੰਗਦਾਰੀਆਂ ਤੇ ਐਕਸਟੋਰਸ਼ਨ ਦੀ ਵਸੂਲੀ ਦਾ ਉਹ ਸਫ਼ਰ, ਜਿਸ ਤੋਂ ਬਾਅਦ ਚੋਲਾ ਸਾਹਿਬ ਦੇ ਉਸ ਪੈਟਰੋਲ ਸਟੇਸ਼ਨ ਦੀ ਉਗਾਹੀ ਤੇ ਵਸੂਲੀ ਦੀ ਘਟਨਾ ਹੁੰਦੀ ਹੈ। ਹੁਣ ਚੋਲਾ ਸਾਹਿਬ ਦੇ ਪੈਟਰੋਲ ਪੰਪ ਦੇ ਮਾਲਕ ਤੋਂ ਉਗਾਹੀ ਜੋ ਕਿ ਲੰਡਾ ਹਰੀਕੇ ਕਰਨਾ ਚਾਹ ਰਿਹਾ ਸੀ, ਉਸ ਮਾਮਲੇ ਦੇ ਵਿੱਚ ਕੀ ਲਾਰੈਂਸ ਬਿਸ਼ਨੋਈ ਨੇ ਕੀ ਅਜਿਹੀ ਕੋਈ ਕਾਲ ਕੀਤੀ ਜਿਸ ਦਾ ਜ਼ਿਕਰ ਇਸ ਪੋਸਟ ਦੇ ਵਿੱਚ ਵੀ ਕੀਤਾ ਗਿਆ ਹੈ। ਇਹ ਚਰਚਾਵਾਂ ਪਹਿਲਾਂ ਵੀ ਉੱਠੀਆਂ ਨੇ, ਲੇਕਿਨ ਕੋਈ ਤਸਦੀਕਸ਼ੁਦਾ ਜਾਣਕਾਰੀ ਜਿਹੜੀ ਹੈ ਇਸ ਬਾਰੇ ਕਦੇ ਨਹੀਂ ਮਿਲ ਪਾਈ ਹੈ। ਲੰਡੇ ਹਰੀਕੇ ਅਤੇ ਸੱਤਾ ਨੌਸ਼ਹਿਰੇ ਵੱਲੋਂ ਪਾਈਆਂ ਗਈਆਂ ਇਹਨਾਂ ਪੋਸਟਾਂ ਦੇ ਵਿੱਚ ਸਿੱਧਾ ਜਿਹੜਾ ਚੈਲੰਜ ਤੇ ਲਲਕਾਰਾ ਲਾਰੈਂਸ ਬਿਸ਼ਨੋਈ ਦੇ ਗੈਂਗ ਨੂੰ, ਜਿਸ ਦੇ ਵਿੱਚ ਗੋਲਡੀ ਬਰਾੜ ਵੀ ਆਂਦਾ ਹੈ, ਉਹ ਦਿੱਤਾ ਗਿਆ ਹੈ। ਉਹ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲਾ ਤਾਂ ਜ਼ਰੂਰ ਹੈ, ਲੇਕਿਨ ਜਿਹੜੇ ਲੋਕ ਅੰਡਰਵਰਲਡ ਨੂੰ ਬਹੁਤ ਹੀ ਨੇੜਤਾ ਦੇ ਨਾਲ ਆਬਜ਼ਰਵ ਕਰ ਰਹੇ ਨੇ ਉਹ ਇਹ ਜਾਣਦੇ ਨੇ ਕਿ ਇਹ ਜਿਹੜਾ ਘਟਨਾਕ੍ਰਮ ਹੈ, ਇਹ ਜਿਹੜੀ ਸਥਿਤੀ ਹੈ ਜਿਸ ਨੂੰ ਅਸੀਂ ਇੱਕ ਪੈਰਾਡਾਈਮ ਸ਼ਿਫਟ ਕਹਿੰਦੇ ਹਾਂ ਅੰਡਰਵਰਲਡ ਦਾ, ਉਹ ਪਿਛਲੇ ਕੁਝ ਦਿਨ ਜਾਂ ਹਫ਼ਤਿਆਂ ਮਹੀਨਿਆਂ ਦੀ ਨਹੀਂ ਬਲਕਿ ਅੱਜ ਤੋਂ ਠੀਕ 1 ਸਾਲ ਪਹਿਲਾਂ ਇਹਨਾਂ ਦੇ ਵਿੱਚ ਆਪਸੀ ਜਿਹੜੇ ਮਤਭੇਦ ਸ਼ੁਰੂ ਹੁੰਦੇ ਨੇ, ਜਿਸ ਤੋਂ ਬਾਅਦ ਹੁਣ ਮਤਭੇਦ ਦਾ ਕੋਈ ਵੱਡਾ ਕਾਰਨ ਨਹੀਂ ਹੈ, ਮੈਨੂੰ ਇਸ ਦੇ ਪਿੱਛੇ ਕੋਈ ਵੱਡਾ ਕਾਰਨ ਨਜ਼ਰ ਨਹੀਂ ਆਉਂਦਾ, ਲੇਕਿਨ ਕਿਤੇ ਨਾ ਕਿਤੇ ਲਖਬੀਰ ਸਿੰਘ ਲੰਡਾ ਹਰੀਕੇ ਆਪਣੇ ਮਨ ਦੇ ਵਿੱਚ ਇਹ ਗੱਲ ਲੈ ਕੇ ਬੈਠਾ ਹੈ ਕਿ ਉਸ ਦੇ ਗੈਂਗਸਟਰਾਂ, ਉਸ ਦੇ ਗੁਰਗਿਆਂ, ਉਸ ਦੇ ਆਪਰੇਟਿਵ ਦੀ ਜਿਹੜੀ ਧਰਪਕੜ ਹੋਈ, ਪੰਜਾਬ ਪੁਲਿਸ ਨੇ ਕੀਤੀ, ਦੇਸ਼ ਦੀ ਹੋਰ ਜਾਂਚ ਏਜੰਸੀਆਂ ਨੇ ਕੀਤੀ, ਉਸ ਦੇ ਪਿੱਛੇ ਕਈ ਅਜਿਹੇ ਲੋਕ ਅਨਸਰ ਹੋ ਸਕਦੇ ਨੇ ਜਿਨ੍ਹਾਂ ਨੇ ਉਹ ਮੁਖਬਰੀ ਕੀਤੀ ਹੋ ਸਕਦੀ ਹੈ। ਹੁਣ ਕੀ ਲੰਡਾ ਹਰੀਕੇ ਇੱਕ ਡਿਸਟਰਸਟ ਦੇ ਚੱਲਦੇ, ਇੱਕ ਬੇਵਿਸ਼ਵਾਸੀ ਤੇ ਬੇਭਰੋਸਗੀ ਦੇ ਚੱਲਦੇ ਲਾਰੈਂਸ ਬਿਸ਼ਨੋਈ ਦੀ ਲੀਗ ਜਾਂ ਗੋਲਡੀ ਬਰਾੜ ਦੇ ਨਾਲ ਜੁੜਨ ਲਈ ਤਿਆਰ ਨਹੀਂ ਹੋਇਆ, ਕਿਉਂਕਿ ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ ਹਮੇਸ਼ਾ ਚਾਹੁੰਦੇ ਰਹੇ ਕਿ ਲਖਬੀਰ ਲੰਡਾ ਉਹਨਾਂ ਦੇ ਨਾਲ ਕੰਮ ਕਰੇ, ਲੇਕਿਨ ਲੰਡਾ ਹਰੀਕੇ ਆਪਣੇ ਰਾਹ ਦੇ ਉੱਤੇ ਏਕਲਾ ਚੱਲਣ ਵਾਲੇ ਹੁੰਦੇ ਨੇ ਕੁਝ ਲੋਕ, ਸੋ ਉਹ ਏਕਲਾ ਚੱਲਣਾ ਚਾਹ ਰਿਹਾ ਹੈ। ਇਸ ਦੇ ਪਿੱਛੇ ਦੀ ਹੋਰ ਕੀ ਗੱਲਬਾਤ ਹੈ ਇਸ ਦੇ ਬਾਰੇ ਆਪਾਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ, ਕਿਉਂਕਿ ਜਿਵੇਂ ਮੈਂ ਜ਼ਿਕਰ ਕੀਤਾ ਕਿ ਪਿਛਲੇ ਸਾਲ ਤੋਂ ਵੱਧ ਇਹਨਾਂ ਕ੍ਰਿਮੀਨਲਸ ਤੇ ਗੈਂਗਸਟਰ ਦੇ ਨਾਲ ਕੋਈ ਵੀ ਤਾਲਮੇਲ ਨਹੀਂ ਹੋ ਪਾਇਆ ਹੈ। ਲੰਡੇ ਹਰੀਕੇ ਨੇ ਇਸ ਪੂਰੇ 1 ਸਾਲ ਦੌਰਾਨ ਇੱਕ ਬਹੁਤ ਹੀ ਲੋ ਪ੍ਰੋਫਾਈਲ ਮੇਨਟੇਨ ਕੀਤੀ ਹੈ। ਲੰਡੇ ਅਤੇ ਉਸ ਦੇ ਗੈਂਗ ਮੈਂਬਰਾਂ ਵੱਲੋਂ ਲਾਰੈਂਸ ਬਿਸ਼ਨੋਈ ਦੇ ਖਿਲਾਫ ਪਾਈਆਂ ਗਈਆਂ ਇਹ ਪੋਸਟਾਂ, ਈਵਨ ਅਰਸ਼ ਡਾਲੇ ਦੇ ਖਿਲਾਫ ਜਿਹੜੀ ਪੋਸਟਾਂ ਪਾਈਆਂ ਗਈਆਂ ਨੇ, ਇੱਕ ਨਵੀਂ ਗੈਂਗ ਵਾਰ ਦੀ ਸ਼ੁਰੂਆਤ ਨਾ ਸਮਝਿਆ ਜਾਏ। ਇਹ ਜਿਹੜੀ ਸ਼ੁਰੂਆਤ ਹੈ ਅੱਜ ਤੋਂ 1 ਸਾਲ ਪਹਿਲਾਂ ਹੋ ਚੁੱਕੀ ਸੀ। ਇਸ 1 ਸਾਲ ਦੇ ਦੌਰਾਨ ਇੱਕ ਦੂਸਰੇ ਨੂੰ ਟਾਰਗੇਟ ਕਰਨ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਹੋ ਸਕਦੀਆਂ ਨੇ। ਤੇ ਜੇ ਮੈਂ ਟਾਰਗੇਟ ਕਰਨ ਦੀ ਗੱਲ ਕਰ ਰਿਹਾ, ਟਾਰਗੇਟ ਕਰਨ ਦਾ ਪਾ ਇਹ ਨਹੀਂ ਕਿ ਪੰਜਾਬ ਜਾਂ ਭਾਰਤ ਦੇ ਵਿੱਚ ਕਿਸੇ ਦੇ ਗੈਂਗਸਟਰ ਜਾਂ ਉਹਨਾਂ ਦੇ ਗੁਰਗਿਆਂ ਨੂੰ ਟਾਰਗੇਟ ਕੀਤਾ ਜਾਵੇ, ਬਲਕਿ ਇਹ ਟਾਰਗੇਟਿੰਗ ਦੀ ਕੋਸ਼ਿਸ਼ਾਂ ਕੈਨੇਡਾ ਜਾਂ ਅਮਰੀਕਾ ਵਰਗੇ ਸ਼ਹਿਰਾਂ ਦੇ ਵਿੱਚ ਹੋ ਰਹੀਆਂ ਹੋ ਸਕਦੀਆਂ ਨੇ। ਸੋ ਇਸ ਗੈਂਗ ਵਾਰ ਜੋ ਕਿ ਜਿਵੇਂ ਆਪਾਂ ਵਿਨੀਪੈਗ ਮੈਨੀਟੋਬਾ ਦੀ ਸੁੱਖੇ ਦੁਨੇਕੇ ਦੀ ਕਤਲ ਦੀ ਘਟਨਾ ਦੀ ਸ਼ਕਲ ਦੇ ਵਿੱਚ ਜਿਹੜੀ ਵਾਰਦਾਤ ਸਾਡੇ ਸਾਹਮਣੇ ਆਈ, ਉਸੇ ਤਰਜ਼ ਉੱਤੇ ਹੁਣ ਭਵਿੱਖ ਦੀਆਂ ਗੈਂਗ ਵਾਰਸ ਕੀ ਕੈਨੇਡਾ ਜਾਂ ਨਾਰਥ ਅਮਰੀਕਾ ਦੇ ਹੋਰ ਮੁਲਕਾਂ ਦੇ ਸ਼ਹਿਰਾਂ ਜਾਂ ਪ੍ਰੋਵਿੰਸਸ ਦੇ ਵਿੱਚ ਵੇਖਣ ਨੂੰ ਮਿਲਣਗੀਆਂ। ਇਹ ਹੁਣ $1 ਮਿਲੀਅਨ ਕੁਐਸਚਨ ਰਹੇਗਾ। ਲਾਰੈਂਸ ਬਿਸ਼ਨੋਈ ਗੈਂਗ ਦੇ ਸਾਹਮਣੇ ਵੀ ਇੱਕ ਨਵੇਂ ਕਿਸਮ ਦਾ ਚੈਲੰਜ ਆਇਆ ਹੈ ਤੇ ਇਹ ਚੈਲੰਜ ਇੱਕ ਅਜਿਹੇ ਵਿਅਕਤੀ ਵੱਲੋਂ ਆਇਆ ਹੈ ਜੋ ਕਿ ਕਿਸੇ ਸਮੇਂ ਉਹਨਾਂ ਦੇ ਨਾਲ ਹੀ ਸੀ, ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਘੱਟੋ ਘੱਟ ਜ਼ਰੂਰ ਸੀ ਜੇ ਉਹਨਾਂ ਦੇ ਗੈਂਗ ਦਾ ਹਿੱਸਾ ਨਹੀਂ ਸੀ। ਲੇਕਿਨ ਇੱਕ ਗੱਲਬਾਤ, ਇੱਕ ਆਬਜ਼ਰਵੇਸ਼ਨ ਮੈਂ ਜਾਂਦੇ ਜਾਂਦੇ ਇਸ ਰਿਪੋਰਟ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ। ਚਾਹੇ ਤਾਂ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਦੇ ਆਪਸ ਦੇ ਵਿੱਚ, ਉਹਨਾਂ ਦੇ ਗੈਂਗਸਟਰਾਂ ਦੇ ਵਿੱਚ ਹੋਈਆਂ ਝਗੜੇ, ਲੜਾਈਆਂ, ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਹੋਈ ਕਤਲ-ਓ-ਗਾਰਤ ਦੀ ਗੱਲ ਹੋਵੇ, ਜਾਂ ਫਿਰ ਹੁਣ 1 ਸਾਲ ਪਹਿਲਾਂ ਤਾਂ ਇਕੱਠੇ ਦਿਖਣ ਵਾਲੇ, ਸੁਣਨ ਵਾਲੇ ਲੰਡੇ ਹਰੀਕੇ ਤੇ ਗੋਲਡੀ ਬਰਾੜ ਜਾਂ ਫਿਰ ਲਾਰੈਂਸ ਬਿਸ਼ਨੋਈ ਦੇ ਵਿੱਚ ਆਪਸੇ ਜਿਹੜੀ ਫ੍ਰਿਕਸ਼ਨ ਪੈਦਾ ਹੋਈ ਹੈ, ਦੁਸ਼ਮਣੀ ਰਾਦਰ ਕਹਾਂਗੇ ਇਹਨੂੰ, ਫ੍ਰਿਕਸ਼ਨ ਨਹੀਂ ਬਲਕਿ ਇੱਕ ਦੁਸ਼ਮਣੀ ਹੈ। ਸਿੱਧਾ ਚੈਲੰਜ ਹੈ ਕਿਸੇ ਨੂੰ ਰੈਟ ਸਨੇਕ ਜਾਂ ਲੀਰ ਕਹਿ ਕੇ ਸੰਬੋਧਨ ਕਰਨਾ। ਕਿਸੇ ਵਿਅਕਤੀ ਨੂੰ, ਕਿਸੇ ਗੈਂਗਸਟਰ ਨੂੰ ਇਹ ਕਿੰਨੇ ਸਮੇਂ ਲਈ ਆਪਣਾ ਭਰਾ ਮੰਨਣ, ਕਿੰਨੇ ਸਮੇਂ ਲਈ ਆਪਣਾ ਦੋਸਤ ਮੰਨਣ, ਕਿੰਨੇ ਸਮੇਂ ਲਈ ਆਪਣਾ ਦੁਸ਼ਮਣ ਮੰਨਣ, ਅਗਲੇ ਦਿਨ ਫੇਰ ਸਵੇਰੇ ਬਦਲ ਜਾਣ, ਕਿਸੇ ਦਾ ਕਤਲ ਹੋ ਜਾਏ, ਕਿਸੇ ਨੂੰ ਅਗਲੇ ਦਿਨ ਜੱਫੀਆਂ ਪਾ ਲਈਆਂ ਜਾਣ, ਉਸ ਦੇ ਨਾਲ ਹੱਥ ਮਿਲਾ ਲਿਆ ਜਾਵੇ। ਅੰਡਰਵਰਲਡ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਸੋ ਕੋਈ ਜ਼ਿਆਦਾ ਇਸ ਦੇ ਵਿੱਚ ਕੋਈ ਫਾਰਮੂਲੇ ਨਹੀਂ ਹੈਗੇ ਨੇ, ਕੋਈ ਥਿਊਰੀਜ਼ ਨਹੀਂ ਹੈਗੀਆਂ ਨੇ, ਕੋਈ ਜ਼ਿਆਦਾ ਇਸ ਦੇ ਪਿੱਛੇ ਕੋਈ ਰਾਕਟ ਸਾਇੰਸ ਨਹੀਂ ਹੈ ਐਕਸਪਲੋਰ ਕਰਨ ਵਾਲੀ। ਇੱਕ ਬਹੁਤ ਹੀ ਐਰੈਟਿਕ, ਅਨਸਰਟਨ, ਅਨਿਸ਼ਚਿਤਤਾ ਦੇ ਮਾਹੌਲ ਦੇ ਵਿੱਚ ਇਹ ਲੋਕ ਆਪਰੇਟ ਕਰਦੇ ਨੇ। ਆਪਣੇ ਡਰ, ਆਪਣੇ ਅੰਦਰ ਦੀ ਜਿਹੜੀ ਇਨਸਿਕਿਉਰਿਟੀਜ਼,
ਜਿਹੜੀ ਅਸੁਰੱਖਿਆ ਦੀ ਭਾਵਨਾ ਹੈ ਉਹ ਇਹਨਾਂ ਨੂੰ ਸਮੇਂ-ਸਮੇਂ ਉੱਤੇ ਕੁਝ ਅਜਿਹੇ ਫੈਸਲੇ ਲੈਣ ਲਈ ਮਜਬੂਰ ਕਰਦੀ ਵੀ ਹੋਏਗੀ ਤੇ ਸ਼ਾਇਦ ਇਹਨਾਂ ਦੀ ਹੁਣ ਫਿਤਰਤ ਹੀ ਅਜਿਹੀ ਹੋ ਚੁੱਕੀ ਹੋਏਗੀ ਵੀ ਕਦੇ ਵੀ ਕਿਸੇ ਦੇ ਸਕੇ ਵੀ ਨਹੀਂ ਬਣ ਸਕਦੇ ਤੇ ਸ਼ਾਇਦ ਇੱਕ ਦੂਸਰੇ ਉੱਤੇ ਭਰੋਸੇ ਵੀ ਨਹੀਂ ਕਰ ਸਕਦੇ। ਇਹ ਅਜਿਹੇ ਲੋਕ ਹੈਗੇ ਨੇ ਜੋ ਕਿ ਕਿਸੇ ਵਿਅਕਤੀ ਤੋਂ ਰੰਗਦਾਰੀ ਜੇ ਮੰਗਦੇ ਨੇ, ਕਿਸੇ ਤੋਂ ਫਰੌਤੀ ਜੇ ਮੰਗਦੇ ਨੇ, ਉਹਨੂੰ ਵੀ ਵੀਰ ਕਹਿ ਕੇ ਸੰਬੋਧਨ ਕਰਦੇ ਨੇ। ਮੈਂ ਕਈ ਅਜਿਹੀਆਂ ਕਾਲਾਂ ਦੇਖੀਆਂ ਜਿੱਥੇ ਕਿ ਕਿਸੇ ਵਿਅਕਤੀ ਨੂੰ ਵੀਰ ਭਰਾ ਕਹਿ ਕੇ ਉਸ ਨੂੰ ਜਾਨੋਂ ਮਾਰਨ, ਉਸਦੇ ਬੀਵੀ ਬੱਚਿਆਂ ਦੇ ਸਕੂਲਾਂ ਦੇ ਉਹਨਾਂ ਦੇ ਘਰਾਂ ਦੇ ਪਤਿਆਂ ਦਾ ਜ਼ਿਕਰ ਕਰਕੇ ਉਸ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸੋ ਵੀਰ ਤੇ ਭਰਾ ਤੇ ਯਾਰੀ ਦੋਸਤੀ ਦਾ ਕਨਸੈਪਟ ਹੀ ਲੋਕਾਂ ਨੇ ਖਤਮ ਕਰਤਾ ਹੈ। ਸੋ ਅੱਜ ਦੀ ਇਸ ਵੀਡੀਓ ਰਿਪੋਰਟ ਦੇ ਵਿੱਚ ਮੈਂ ਇਹੀ ਸੁਨੇਹਾ ਵੀ ਅੱਜ ਉਹਨਾਂ ਯੂਥ ਨੂੰ, ਯੰਗਸਟਰਸ ਨੂੰ ਦੇਣਾ ਚਾਹਾਂਗਾ। ਅੰਡਰਵਰਲਡ ਹਥਿਆਰਾਂ ਦੀ ਚਕਾਚੌਂਧ ਤੋਂ ਲੋਕ ਪ੍ਰਭਾਵਿਤ ਤਾਂ ਹੋ ਜਾਂਦੇ ਨੇ ਮੁੰਡੇ, ਲੇਕਿਨ ਇਹ ਜਿਸ ਤਰੀਕੇ ਦੀਆਂ ਮਿਸਾਲਾਂ ਤੁਹਾਡੇ ਸਾਹਮਣੇ ਨੇ ਨਾ, ਇਹਨਾਂ ਤੋਂ ਸਬਕ ਸਿੱਖਣ ਦੀ ਬਹੁਤ ਜ਼ਿਆਦਾ ਲੋੜ ਹੈ। ਇਹ ਉਹ ਦਲਦਲ ਹੈ ਅੰਡਰਵਰਲਡ ਜਿੱਥੇ ਕੋਈ ਕਿਸੇ ਦਾ ਸਗਾ ਨਹੀਂ, ਕਿਸੇ ਨੇ ਕਿਸੇ ਦੇ ਕੰਮ ਨਹੀਂ ਆਣਾ, ਆਪਣੀ ਲੜਾਈ ਖੁਦ ਲੜਨੀ ਪੈ ਰਹੀ ਹੈ। ਆਪਣੀ ਜ਼ਿੰਦਗੀਆਂ ਨੂੰ, ਆਪਣੇ ਕਰੀਅਰ ਨੂੰ, ਆਪਣੇ ਜੀਵਨ ਨੂੰ ਬਰਬਾਦ ਨਾ ਕਰੋ, ਇਹਨਾਂ ਲੋਕਾਂ ਦੇ ਮਗਰ ਨਾ ਲੱਗੋ। ਆਪਣੀ ਜ਼ਿੰਦਗੀਆਂ ਨੂੰ ਆਪਣੇ ਮਾਪਿਆਂ ਦੇ ਸੁਪਨਿਆਂ ਦੇ ਮੁਤਾਬਕ, ਆਪਣੇ ਸੁਪਨਿਆਂ ਦੇ ਮੁਤਾਬਕ ਇੱਕ ਸੁਚੱਜੇ ਢੰਗ ਦੇ ਨਾਲ ਜੀਓ। ਇਹੀ ਮੈਸੇਜ ਹੈਗਾ ਇਹਨਾਂ ਦੀ। ਜੇ ਅਸੀਂ ਰਿਪੋਰਟਾਂ ਬਣਾਉਂਦੇ ਹਾਂ, ਇਹ ਲਈ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ, ਦੱਸਦੇ ਹਾਂ, ਤਾਂ ਉਸ ਦੇ ਪਿੱਛੇ ਕੋਈ ਨਾ ਕੋਈ ਸੁਨੇਹਾ ਵੀ ਹੁੰਦਾ ਹੈ। ਸੋ ਅੱਜ ਦਾ ਸੁਨੇਹਾ ਇਹੀ ਹੈ, ਇੱਕ ਦੂਸਰੇ ਦੇ ਦੋਸਤ ਤੇ ਭਰਾ ਇੱਕ ਨੂੰ 1 ਸਾਲ ਪਹਿਲਾਂ ਤੱਕ ਕਰਨ ਵਾਲੇ ਉਹ ਗੈਂਗਸਟਰ ਅੱਜ ਇੱਕ ਦੂਸਰੇ ਨੂੰ ਲੀਰਾਂ ਤੇ ਰੈਡ ਸਨੇਕ ਤੇ ਪਤਾ ਨਹੀਂ ਕੀ ਕਹਿ ਰਹੇ ਹੈਗੇ ਨੇ। ਸੋ ਅੱਜ ਦੀ ਇਸ ਰਿਪੋਰਟ ਨੂੰ ਮੈਂ ਇੱਥੇ ਰੋਕਾਂਗਾ। ਕੋਈ ਤੁਹਾਡੀ ਟਿੱਪਣੀ, ਕੋਈ ਵਿਚਾਰ ਹੋਣ ਤਾਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਦਿਓ। ਥੈਂਕ ਯੂ ਸੋ ਮਚ ਫॉर ਵਾਚਿੰਗ। ਇੱਕ ਹੋਰ ਰਿਪੋਰਟ ਲੈ ਕੇ ਫੇਰ ਹੁੰਦੀ ਹੈ ਮੁਲਾਕਾਤ।